ਬੰਬਈ ਵਿੱਚ ਦੋ ਸਿੰਧੀ ਬੀਬੀਆਂ ਭਾਈ ਸਾਹਿਬ ਹੋਰਾਂ ਦੇ ਕੋਲ ਆਈਆਂ। ਇੱਕ ਨੇ ਕਿਹਾ ਉਹ ਕਈਆਂ ਸਾਲਾਂ ਤੋਂ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਦੀ ਪੂਜਾ ਕਰ ਰਹੀ ਹੈ, ਪਰ ਦਰਸ਼ਨ ਨਹੀਂ ਹੋਏ। ਦੂਜੀ ਨੇ ਆਖਿਆ ਉਹ ਕਈਆਂ ਸਾਲਾਂ ਤੋਂ ਸ਼੍ਰੀ ਰਾਮ ਦੀ ਮੂਰਤੀ ਦੀ ਪੂਜਾ ਕਰ ਰਹੀ ਹੈ, ਪਰ ਉਹਨਾਂ ਨੂੰ ਵੀ ਦਰਸ਼ਨ ਨਹੀਂ ਹੋਏ। ਸੁਣਿਆ ਜਦੋਂ ਤੁਸੀਂ ਕਿਰਪਾ ਕਰਦੇ ਹੋ ਤਾਂ ਦਰਸ਼ਨ ਹੋ ਜਾਂਦੇ ਨੇ। ਬੀਬੀ ਸੀਤਾ ਵੀ ਉਸ ਵੇਲੇ ਉੱਥੇ ਬੈਠੀ ਹੋਈ ਸੀ। ਇਹ ਸੁਣ ਕੇ ਉਹ ਥੋੜਾ ਜਿਹਾ ਮੁਸਕਰਾ ਪਈ। ਭਾਈ ਸਾਹਿਬ ਨੇ ਉਹਨਾਂ ਬੱਚਿਆਂ ਨੂੰ ਕਿਹਾ ਕਿ ਭਾਈ ਆਪੋ ਆਪਣਾ ਪਹਿਰਾ ਹੁੰਦਾ ਹੈ, ਆਪੋ ਆਪਣਾ ਸਮਾਂ। ਜਦੋਂ ਅੰਗਰੇਜ਼ ਸਨ ਫਿਰ ਉਹਨਾਂ ਦੇ ਨਾਮ ਦਾ ਸਿੱਕਾ ਚੱਲਦਾ ਸੀ, ਪਰ ਹੁਣ ਉਹਨਾਂ ਦੇ ਸਿੱਕੇ ਦੀ ਕੋਈ ਕੀਮਤ ਨਹੀਂ। ਇਸੇ ਤਰ੍ਹਾਂ ਹੁਣ ਗੁਰੂ ਨਾਨਕ ਦਾ ਪਹਿਰਾ ਹੈ, ਰਾਮ ਜਾਂ ਕ੍ਰਿਸ਼ਨ ਦਾ ਪਹਿਰਾ ਨਹੀਂ। ਜਦੋਂ ਉਹਨਾਂ ਦਾ ਸੀ ਨਾ, ਉਦੋਂ ਸਭ ਕੁਝ ਉਹੀ ਸਨ। ਜੇ ਤੁਸੀਂ ਗੁਰੂ ਨਾਨਕ ਨੂੰ ਹਿਰਦੇ ਵਿੱਚ ਵਸਾਓ, ਵਾਹਿਗੁਰੂ ਦਾ ਜਾਪ ਕਰੋ, ਤਾਂ ਤੁਹਾਨੂੰ ਦਰਸ਼ਨ ਹੋ ਜਾਣਗੇ। ਬੀਬੀ ਸੀਤਾ ਵੱਲ ਇਸ਼ਾਰਾ ਕਰਕੇ ਭਾਈ ਸਾਹਿਬ ਆਖਣ ਲੱਗੇ, ਇਸ ਬੀਬੀ ਤੋਂ ਪੁੱਛੋ ਇਹ ਕਿਉਂ ਅਸੀਂ ਹੈ। ਉਹਨਾਂ ਬੀਬੀਆਂ ਨੇ ਬੀਬੀ ਸੀਤਾ ਨੂੰ ਪੁੱਛਿਆ ਤਾਂ ਉਹ ਆਖਣ ਲੱਗੇ ਉਹ ਵੀ ਉਹਨਾਂ ਦੀ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਪੁਜਾਰੀ ਸੀ। ਜਦੋਂ ਭਾਈ ਸਾਹਿਬ ਦੇ ਸਤਸੰਗ ਦੇ ਰਾਹੀਂ ਉਹਨਾਂ ਨੇ ਗੁਰੂ ਨਾਨਕ ਨੂੰ ਅੰਦਰ ਵਸਾਇਆ ਤਾਂ ਹੁਣ ਉਹ ਇਹ ਮਹਿਸੂਸ ਕਰਦੀ ਹੈ ਕਿ ਕ੍ਰਿਸ਼ਨ ਜੀ ਮਹਾਰਾਜ ਤੇ ਮੇਰੇ ਪਿੱਛੇ ਪਿੱਛੇ ਆ ਰਹੇ ਨੇ। ਇਹ ਸੁਣ ਕੇ ਉਹ ਬੀਬੀਆਂ ਹੈਰਾਨ ਹੋ ਗਈਆਂ ਤੇ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਗਈਆਂ। ਭਾਈ ਸਾਹਿਬ ਬੰਬਈ ਵਿੱਚ ਆਪਣੇ ਕਮਰੇ ਵਿੱਚ ਬੈਠੇ ਹੋਏ ਸਨ। ਉਹ ਬਾਹਰ ਆਏ, ਆਖਣ ਲੱਗੇ ਛਾਤੀ ਵਿੱਚ ਬੜਾ ਸਖਤ ਦਰਦ ਹੋ ਰਿਹਾ ਹੈ। ਛਾਤੀ ਉੱਤੇ ਹੱਥ ਰੱਖਿਆ ਹੋਇਆ ਸੀ। ਕੀ ਵੇਖਦੇ ਨੇ ਕਿ ਬਾਹਰਲੇ ਕਮਰੇ ਵਿੱਚ ਗੁਰਬਾਣੀ ਦੀ ਸੈਂਚੀ ਉੱਤੇ ਕਿਸੇ ਨੇ ਕੋਈ ਹੋਰ ਕਿਤਾਬ ਰੱਖ ਛੱਡੀ ਹੈ। ਪੁੱਛਿਆ ਇਹ ਬੇਅਦਬੀ ਕਿਸ ਨੇ ਕੀਤੀ ਹੈ। ਸਤਿਕਾਰ ਨਾਲ ਉਹ ਗੁਰਬਾਣੀ ਦੀ ਸੈਂਚੀ ਉਠਾਈ, ਨਮਸਕਾਰ ਕੀਤੀ ਅਤੇ ਅੰਦਰ ਲੈ ਗਏ। ਭਾਈ ਸਾਹਿਬ ਦਾ ਛਾਤੀ ਦਾ ਦਰਦ ਹਟ ਗਿਆ। ਇੱਕ ਦਿਨ ਸਰਦਾਰ ਰਾਮ ਸਿੰਘ ਅੰਮ੍ਰਿਤਸਰ ਵਿੱਚ ਭਾਈ ਸਾਹਿਬ ਹੋਰਾਂ ਦੇ ਕੋਲ ਬੈਠੇ ਸਨ ਤੇ ਉਹਨਾਂ ਨੇ ਫਿਲਾਸਫੀ ਦੇ ਬਾਰੇ 'ਚ ਕੋਈ ਸਵਾਲ ਕੀਤਾ। ਭਾਈ ਸਾਹਿਬ ਜੀ ਨੇ ਫਰਮਾਇਆ, ਰਾਮ ਸਿੰਘ ਜੀ ਤੁਸੀਂ ਇਹਨਾਂ ਗੱਲਾਂ 'ਚੋਂ ਕੀ ਲੈਣਾ ਹੈ? ਇਹ ਗੁੰਝਲਦਾਰ ਗੱਲਾਂ ਨੇ। ਭਾਵੇਂ ਗੁਰੂ ਦੇ ਹੁਕਮਾਂ ਦੇ ਮੁਤਾਬਕ ਨੇ, ਪਰ ਤੁਸੀਂ ਗ੍ਰਸਥੀ ਹੋ, ਟੱਬਰਦਾਰ ਹੋ, ਤੁਸੀਂ ਸਾਰਾ ਦਿਨ ਦੁਕਾਨਦਾਰੀ ਕਰਨੀ ਹੈ, ਬੱਚੇ ਪਾਲਣੇ ਨੇ, ਪੜ੍ਹਾਉਣੇ ਨੇ, ਹੋਰ 100 ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਤੁਹਾਡੇ ਸਿਰ ਤੇ ਨੇ। ਤੁਸੀਂ ਇਸ ਤਰ੍ਹਾਂ ਦੀਆਂ ਉਲਝਣਾਂ ਵਿੱਚ ਨਾ ਫਸਿਆ ਕਰੋ। ਤੁਹਾਡਾ ਤੇ ਕੰਮ ਸਿਰਫ ਇਹ ਆ, ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਕੀੜੀ ਦੇ ਅੰਦਰ ਸੁੰਘਣ ਸ਼ਕਤੀ ਬੜੀ ਪ੍ਰਬਲ ਹੁੰਦੀ ਹੈ। ਉਸ ਨੂੰ ਖੁਸ਼ਬੂ ਆ ਜਾਂਦੀ ਹੈ ਤੇ ਉਹ ਉਸ ਖੁਸ਼ਬੂ ਦੇ ਮਗਰ ਤੁਰ ਪੈਂਦੀ ਹੈ। ਅਖੀਰ ਉਹ ਖੰਡ ਦੇ ਕੋਲ ਪਹੁੰਚ ਜਾਂਦੀ ਹੈ। ਉੱਥੋਂ ਖੰਡ ਦਾ ਇੱਕ ਕਿਨਕਾ ਮੂੰਹ ਵਿੱਚ ਲੈ ਕੇ ਮੁੜ ਪੈਂਦੀ ਹੈ। ਟਿਕਾਣੇ ਤੇ ਆ ਕੇ ਉਸ ਖੰਡ ਦੇ ਸਵਾਦ ਨੂੰ ਮਾਣਦੀ ਹੈ। ਦੂਜੀ ਕੀੜੀ ਖੰਡ ਦੇ ਢੇਰ ਕੋਲ ਪਹੁੰਚ ਕੇ ਸੋਚੀ ਪੈ ਜਾਂਦੀ ਹੈ, ਕੀ ਕਰਾਂ, ਹੁਣ ਘਰ ਮੁੜ ਜਾਵਾਂ, ਇਸ ਖੰਡ ਦੇ ਢੇਰ ਨੂੰ ਕਿਵੇਂ ਛੱਡ ਜਾ। ਸੋਚਦੀ ਰਹਿੰਦੀ ਹੈ। ਜਿਹੜੀ ਸ਼ੈ ਪ੍ਰਾਪਤ ਹੋਈ ਹੈ ਉਸ ਦਾ ਸੁੱਖ ਨਹੀਂ ਮਾਣਦੀ। ਹਲਵਾਈ ਆਉਂਦਾ ਹੈ, ਖੰਡ ਚੁੱਕ ਕੇ ਕੜਾਹੇ ਵਿੱਚ ਪਾ ਦਿੰਦਾ, ਉਹ ਸੋਚਾਂ ਸੋਚਦੀ ਉੱਥੇ ਹੀ ਖਤਮ ਹੋ ਜਾਂਦੀ ਹੈ। ਭਾਈ ਸਾਹਿਬ ਜੀ ਗੱਲ ਸੁਣਾ ਕੇ ਆਖਣ ਲੱਗੇ, ਰਾਮ ਸਿੰਘ ਜੀ ਤੁਸੀਂ ਨਾਮ ਦੀ ਖੁਸ਼ਬੂ ਪਿੱਛੇ ਤੁਰ ਪਵੋ। ਜਦੋਂ ਤੁਰੋਗੇ ਨਾ, ਘਾਲਣਾ ਘਾਲੋਗੇ, ਤਲਾਸ਼ ਕਰੋਗੇ, ਸਤ ਸੰਗ ਵਿੱਚੋਂ, ਮਹਾਨ ਪੁਰਸ਼ਾਂ ਦੀ ਸੰਗਤ ਵਿੱਚੋਂ ਨਾਮ ਦਾ ਕਿਣਕਾ ਮਿਲੇਗਾ। ਨਾਮ ਦੇ ਕਿਣਕੇ ਨੂੰ ਅੰਦਰ ਵਸਾਓ, ਤੁਹਾਡੇ ਅੰਦਰ ਖੁਸ਼ਬੂ ਪੈਦਾ ਹੋ ਜਾਏਗੀ ਤੇ ਸੌਖਿਆਂ ਹੀ ਗੁਰੂ ਨਾਨਕ ਦੇ ਚਰਨਾਂ ਨਾਲ ਲਿਵ ਲੱਗ ਜਾਵੇਗੀ।
ਭਾਈ ਢੇਡਾ ਰਾਮ ਜੀ ਬੰਬਈ ਤੋਂ ਭਾਈ ਸਾਹਿਬ ਉਹਨਾਂ ਦੇ ਕੋਲ ਆਏ ਹੋਏ ਸਨ। ਉਹਨਾਂ ਨੇ ਵਾਪਸ ਬੰਬਈ ਜਾਣਾ ਸੀ। ਤੁਰਨ ਲਈ ਤਿਆਰ ਬੈਠੇ ਸਨ ਜਦੋਂ ਭਾਈ ਸਾਹਿਬ ਜੀ ਨੇ ਆਖਿਆ, ਢੇਡਾ ਰਾਮ ਜੀ, ਅੱਜ ਨਾ ਜਾਓ, ਸਾਡਾ ਜੀ ਨਹੀਂ ਕਰਦਾ ਕਿ ਤੁਸੀਂ ਅੱਜ ਜਾਓ। ਉਹ ਰੁਕ ਗਏ। ਵਾਹਿਗੁਰੂ ਦੇ ਰੰਗ, ਉਸੇ ਗੱਡੀ ਦਾ ਅੱਗੇ ਜਾ ਕੇ ਐਕਸੀਡੈਂਟ ਹੋ ਗਿਆ। ਇੱਕ ਦਿਨ ਬੀਬੀ ਸੰਤ ਬਹੁਤ ਸੋਚਾਂ ਵਿੱਚ ਸੀ ਤੇ ਉਸ ਦਾ ਮਨ ਮੁਰਝਾਇਆ ਹੋਇਆ ਸੀ। ਉਹ ਬਾਹਰੋਂ ਡਾਕ ਲੈ ਕੇ ਭਾਈ ਸਾਹਿਬ ਉਹਨਾਂ ਦੇ ਕੋਲ ਆਏ। ਭਾਈ ਸਾਹਿਬ ਜੀ ਨੇ ਉਹਨੂੰ ਮੂਹੜੇ ਤੇ ਬੈਠਣ ਦਾ ਇਸ਼ਾਰਾ ਕੀਤਾ। ਮੂਹੜੇ ਤੇ ਕੁਝ ਕਿਤਾਬਾਂ ਤੇ ਹੋਰ ਚੀਜ਼ਾਂ ਪਈਆਂ ਸਨ। ਬੀਬੀ ਨੇ ਉਹ ਚੀਜ਼ਾਂ ਮੂਹੜੇ ਤੋਂ ਚੁੱਕੀਆਂ ਤੇ ਦੂਜੀ ਥਾਂ ਤੇ ਰੱਖ ਦਿੱਤੀਆਂ ਤੇ ਆਪ ਮੂਹੜੇ ਤੇ ਬਹਿ ਗਈ। ਭਾਈ ਸਾਹਿਬ ਜੀ ਨੇ ਉਸ ਨੂੰ ਸਮਝਾਇਆ ਕਿ ਜਿਸ ਤਰ੍ਹਾਂ ਮੂਹੜੇ ਤੇ ਪਈਆਂ ਚੀਜ਼ਾਂ ਦੂਜੀ ਥਾਂ ਤੇ ਟਿਕਾ ਕੇ ਤੁਸੀਂ ਆਪਣੇ ਬਹਿਣ ਦੀ ਥਾਂ ਬਣਾ ਲਈ ਹੈ ਨਾ, ਇਸੇ ਤਰ੍ਹਾਂ ਮਨ ਵਿੱਚੋਂ ਸੋਚਾਂ ਜਾਂ ਹੋਰ ਫਿਕਰਾਂ ਨੂੰ ਦੂਜੀ ਥਾਂ ਤੇ ਟਿਕਾ ਕੇ ਖਾਲੀ ਕਰ ਲਿਆ ਕਰੋ ਤੇ ਉੱਥੇ ਨਾਮ ਵਸਾ ਲਓ। ਭਾਈ ਸੁੱਧ ਸਿੰਘ ਜੀ ਆਪਣੇ ਸਾਥੀਆਂ ਸਮੇਤ ਭਾਈ ਸਾਹਿਬ ਦੇ ਘਰ ਦੀਆਂ ਪੌੜੀਆਂ ਚੜ੍ਹ ਰਹੇ ਸਨ। ਅੱਗੋਂ ਦਰਵਾਜ਼ਾ ਬੰਦ ਸੀ। ਪਿੱਛੋਂ ਭਾਈ ਸਾਹਿਬ ਜੀ ਆ ਗਏ। ਭਾਈ ਸਾਹਿਬ ਜੀ ਨੇ ਭਾਈ ਸੁੱਧ ਸਿੰਘ ਦੇ ਸਾਥੀਆਂ ਨੂੰ ਇਸ਼ਾਰਾ ਕਰ ਦਿੱਤਾ ਕਿ ਬੋਲਣ ਨਾ, ਤੇ ਆਪ ਅੱਗੇ ਜਾ ਕੇ ਭਾਈ ਸੁੱਧ ਸਿੰਘ ਦੀਆਂ ਅੱਖਾਂ ਉੱਤੇ ਹੱਥ ਰੱਖ ਦਿੱਤੋ ਨੇ। ਭਾਈ ਪ੍ਰਧਾਨ ਸਿੰਘ ਨੇ ਭਾਈ ਸੁੱਧ ਸਿੰਘ ਨੂੰ ਕਿਹਾ, ਭਲਾ ਬੁੱਝੋ ਹਾਂ ਕੌਣ ਹੈ? ਉਹਨਾਂ ਨੇ ਆਖਿਆ, ਮੈਂ ਬੁੱਝ ਤੇ ਲਿਆ, ਪਰ ਜੇ ਜੱਫੀ ਵਿੱਚੋਂ ਛੱਡਣ ਤਾਂ ਹੀ ਚਰਨਾਂ ਤੇ ਸੀਸ ਰੱਖਣਾ। ਭਾਈ ਸੁੱਧ ਸਿੰਘ ਦਾ ਸਰੀਰ ਸ਼ੁਕਰ ਵਿੱਚ ਕੰਬ ਰਿਹਾ ਸੀ ਤੇ ਉਸ ਦਿਨ ਉਹਨਾਂ ਨੇ ਸ਼ੁਕਰਾਨੇ ਵਿੱਚ ਇਹ ਰੁਬਾਈ ਲਿਖੀ। ਖੁੱਲੀ ਜੱਫੀ ਤੇ ਨਾਲ ਹੀ ਨੈਣ ਖੁੱਲੇ, ਪਿੱਛੇ ਪਰਤਿਆ ਤੱਕਿਆ ਨਾਲ ਨੈਣਾ। ਸਦਕੇ ਜਾਵਾਂ ਦਾਤਾ ਤੇਰੀਆਂ ਰਹਿਮਤਾਂ ਦੇ, ਨੀਵੇਂ ਮੈਲਿਆਂ ਨੂੰ ਗਲ ਨਾਲ ਲਾ ਲੈਣਾ। ਤੇਰਾ ਬਿਰਦ ਅਸਚਰਜ ਹੈ ਦਇਆ ਸਾਗਰ, ਲਿਆ ਦਰ ਤੇਰੇ ਪਰ ਮੰਗ ਰਹਿਣਾ। ਚਰਨ ਧੂੜ ਹੋਵਾਂ ਤੇਰੇ ਸੇਵਕਾਂ ਦੀ, ਨਾ ਵਿਛੋੜ ਸਾਨੂੰ ਅੰਗ ਸੰਗ ਰਹਿਣਾ। ਇੱਕ ਵਾਰੀ ਸਰਦਾਰ ਕਰਤਾਰ ਸਿੰਘ, ਉਪਦੇਸ਼ਕ ਚੀਫ ਖਾਲਸਾ ਦੀਵਾਨ, ਭਾਈ ਸਾਹਿਬ ਹੋਰਾਂ ਦੀ ਕੋਠੀ ਆਏ। ਉਹਨਾਂ ਦਾ ਕੋਟ ਪੁਰਾਣਾ ਸੀ ਤੇ ਬਾਂਹ ਤੋਂ ਫਟਿਆ ਹੋਇਆ ਸੀ। ਭਾਈ ਸਾਹਿਬ ਜੀ ਨੇ ਨਵਾਂ ਕੋਟ ਪਾਇਆ ਹੋਇਆ ਸੀ। ਭਾਈ ਸਾਹਿਬ ਨੇ ਆਪਣਾ ਕੋਟ ਉਤਾਰ ਕੇ ਕਰਤਾਰ ਸਿੰਘ ਨੂੰ ਆਖਿਆ, ਜ਼ਰਾ ਇਹ ਪਾ ਕੇ ਵਿਖਾਓ ਹਾਂ। ਉਹਨਾਂ ਨੇ ਹੁਕਮ ਮੰਨ ਕੇ ਕੋਟ ਪਾ ਲਿਆ ਤੇ ਭਾਈ ਸਾਹਿਬ ਕਹਿਣ ਲੱਗੇ, ਵੇਖੋ ਕਿੰਨਾ ਸੋਹਣਾ ਫਿੱਟ ਆ ਗਿਆ। ਭਾਈ ਕਰਤਾਰ ਸਿੰਘ ਕੋਟ ਉਤਾਰਨ ਲੱਗੇ ਤਾਂ ਭਾਈ ਸਾਹਿਬ ਜੀ ਨੇ ਆਖਿਆ, ਹੁਣ ਉਤਾਰਨਾ ਨਹੀਂ, ਇਹ ਮੈਂ ਤੁਹਾਡੀ ਭੇਟਾ ਕਰ ਦਿੱਤਾ ਹੈ। ਸਰਦਾਰ ਕਰਤਾਰ ਸਿੰਘ ਸ਼ੁਕਰ ਕਰਦਿਆਂ ਨਵਾਂ ਕੋਟ ਪਾ ਕੇ ਆਪਣੇ ਘਰ ਚਲੇ ਗਏ। ਭਾਈ ਸਾਹਿਬ ਜੀ ਜਦੋਂ ਹਾਲ ਬਾਜ਼ਾਰ ਰਹਿੰਦੇ ਸਨ ਨਾ, ਤਾਂ ਉਹਨਾਂ ਦੇ ਮਕਾਨ ਦੇ ਸਾਹਮਣੇ ਇੱਕ ਦਿਨ ਐਕਸੀਡੈਂਟ ਹੋ ਗਿਆ। ਸਵਾਰੀਆਂ ਡਿੱਗ ਪਈਆਂ। ਉਹਨਾਂ ਵਿੱਚ ਇੱਕ ਬੁੱਢੀ ਮਾਈ ਸੀ, ਉਹ ਬੇਹੋਸ਼ ਹੋ ਗਈ। ਰੌਲਾ ਪੈ ਗਿਆ, ਲੋਕ ਇਕੱਠੇ ਹੋ ਗਏ। ਸਾਰਿਆਂ ਦਾ ਖਿਆਲ ਸੀ ਕਿ ਬੁੱਢੀ ਮਰ ਗਈ ਹੋਵੇਗੀ। ਭਾਈ ਸਾਹਿਬ ਜੀ ਨੇ ਉੱਤੋਂ ਦੇਖਿਆ ਤਾਂ ਦੌੜਦੇ ਹੋਏ ਹੇਠਾਂ ਆ ਗਏ। ਭੀੜ ਤਾਂ ਤਮਾਸ਼ਾ ਵੇਖ ਰਹੀ ਸੀ, ਪਰ ਆਪ ਸੜਕ ਤੇ ਬਹਿ ਗਏ ਤੇ ਮਾਈ ਦਾ ਸਿਰ ਆਪਣੇ ਪੱਟਾਂ ਉੱਤੇ ਰੱਖ ਲਿਆ। ਉਹਨਾਂ ਨੇ ਮਾਈ ਦੇ ਹੱਥ ਪੈਰ ਘੁੱਟੇ। ਇੱਕ ਹੋਰ ਸੱਜਣ ਨਾਲ ਲੱਗਿਆ, ਮੂੰਹ ਵਿੱਚ ਪਾਣੀ ਪਾਇਆ। ਮਾਈ ਨੇ ਅੱਖਾਂ ਖੋਲ੍ਹੀਆਂ। ਭਾਈ ਸਾਹਿਬ ਜੀ ਨੇ ਪੁੱਛਿਆ, ਮਾਂ ਹੁਣ ਠੀਕ ਹੈ? ਜਵਾਬ ਮਿਲਿਆ, ਹਾਂ ਪੁੱਤਰ, ਹੁਣ ਕੁਝ ਠੀਕ ਆ।
ਭਾਈ ਸਾਹਿਬ ਨੇ ਘਰੋਂ ਦੁੱਧ ਦਾ ਗਲਾਸ ਮੰਗਵਾਇਆ ਤੇ ਮਾਈ ਨੂੰ ਆਖਣ ਲੱਗੇ, ਮਾਤਾ ਜੀ ਦੁੱਧ ਪੀ ਲਓ। ਮਾਈ ਅੱਗੋਂ ਨਾ ਕਰੇ। ਉਸਨੇ ਦੱਸਿਆ ਕਿ ਜਦੋਂ ਦਾ ਉਸ ਦਾ ਪਤੀ ਗੁਜ਼ਰਿਆ 15 ਸਾਲ ਹੋ ਗਏ ਨੇ, ਉਸਨੇ ਦੁੱਧ ਨਹੀਂ ਪੀਤਾ। ਭਾਈ ਸਾਹਿਬ ਨੇ ਆਖਿਆ, ਮਾਈ ਮੈਂ ਵੀ ਤੇ ਤੇਰਾ ਪੁੱਤਰ ਹਾਂ, ਮੇਰਾ ਵੀ ਤੇ ਹੱਕ ਹੈ ਨਾ। ਤੁਸੀਂ ਡਿੱਗ ਪਏ ਹੋ, ਬੇਹੋਸ਼ ਹੋ ਗਏ ਹੋ, ਸਰੀਰ ਕਮਜ਼ੋਰ ਸੀ, ਜੇ ਦੁੱਧ ਪੀਓਗੇ ਨਾ ਤਾਕਤ ਆ ਜਾਏਗੀ। ਆਪਣੇ ਬੱਚੇ ਦੇ ਆਖੇ ਲਾ ਕੇ ਨਾ ਦੁੱਧ ਪੀ ਲਓ। ਮਾਈ ਨੂੰ ਦੁੱਧ ਪਿਆਇਆ। ਮਾਈ ਜ਼ਰਾ ਸਾਵਧਾਨ ਹੋ ਗਈ। ਮਾਈ ਦੇ ਸਾਥੀ ਖੜੇ ਸਨ। ਭਾਈ ਸਾਹਿਬ ਜੀ ਨੇ ਦੂਸਰੀ ਗੱਡੀ ਮੰਗਵਾ ਕੇ ਉਹਨਾਂ ਨਾਲ ਮਾਈ ਨੂੰ ਤੋਰ ਦਿੱਤਾ। ਸੰਨ 1953 ਦੀ ਗੱਲ ਏ। ਉਦੋਂ ਸਰਦਾਰ ਸੰਤ ਸਿੰਘ ਚੀਫ ਖਾਲਸਾ ਦੀਵਾਨ ਦੇ ਯਤੀਮਖਾਨੇ ਦੇ ਇੰਚਾਰਜ ਸਨ। ਉਹਨਾਂ ਨੇ ਕਿਸੇ ਗੱਲੋਂ ਅਸਤੀਫਾ ਦੇ ਦਿੱਤਾ। ਜਦੋਂ ਭਾਈ ਸਾਹਿਬ ਨੂੰ ਪਤਾ ਲੱਗਾ ਤਾਂ ਸਰਦਾਰ ਸੰਤ ਸਿੰਘ ਨੂੰ ਉਹਨਾਂ ਨੇ ਆਪਣੀ ਕੋਠੀ ਬੁਲਾਇਆ। ਭਾਈ ਸਾਹਿਬ ਨੇ ਸਰਦਾਰ ਸੰਤ ਸਿੰਘ ਨੂੰ ਪਿਆਰ ਕੀਤਾ ਤੇ ਸਮਝਾਇਆ। ਆਖਣ ਲੱਗੇ, ਦੇਖੋ ਤੁਹਾਡੇ ਤੇ ਗੁਰੂ ਦੀ ਰਹਿਮਤ ਹੈ। ਗੁਰੂ ਨੇ ਚੰਗੀ ਰੋਟੀ ਖਾਣ ਨੂੰ ਦਿੱਤੀ ਹੋਈ ਹੈ ਤੇ ਨਾਲ ਹੀ ਸੇਵਾ ਬਖਸ਼ੀ ਹੈ। ਕੀ ਪਤਾ ਇਸ ਸੇਵਾ ਦੇ ਸਦਕੇ ਹੀ ਤੁਹਾਨੂੰ ਇਹ ਸਾਰੀਆਂ ਬਖਸ਼ਿਸ਼ਾਂ ਮਿਲੀਆਂ ਹੋਣ। ਵੇਖੋ, ਦੇਵਤੇ ਵੀ ਸੇਵਾ ਲਈ ਲੱਭਦੇ ਨੇ, ਪਰ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਨਹੀਂ ਮਿਲਦਾ। ਤੁਸੀਂ ਦੁਨੀਆ ਦੇ ਕਰਕੇ ਸੇਵਾ ਨੂੰ ਲੱਤ ਮਾਰਦੇ ਹੋ। ਗੁਰੂ ਦੇ ਭਾਵ ਵਿੱਚ ਆਓ ਤੇ ਸੇਵਾ ਤੋਂ ਮੂੰਹ ਨਾ ਮੋੜੋ। ਸਰਦਾਰ ਸੰਤ ਸਿੰਘ ਅੱਗੋਂ ਬੋਲ ਨਾ ਸਕੇ ਤੇ ਆਪਣਾ ਅਸਤੀਫਾ ਵਾਪਸ ਲੈ ਲਿਆ ਉਹਨੇ। ਬੀਬੀ ਪ੍ਰੇਮ ਬੰਬਈ ਰਹਿੰਦੀ ਸੀ। ਉਸਦੇ ਘਰ ਵਾਲੇ ਦਾ ਨਾਂ ਤਰਲੋਚਨ ਸੀ। ਬੜੇ ਅਮੀਰ ਸਨ। ਤਰਲੋਚਨ ਦੀ ਮਾਂ ਸਿੱਖੀ ਦੇ ਪਿਆਰ ਵਾਲੀ ਸੀ। ਘਰ ਵਿੱਚ ਬਾਬਾ ਜੀ ਦਾ ਪ੍ਰਕਾਸ਼ ਕਰਦੀ, ਪੁੱਤਰ ਦਾ ਵਿਆਹ ਕੀਤਾ। ਜਦੋਂ ਡੋਲੀ ਘਰ ਆਈ ਨਾ ਤਾਂ ਬੀਬੀ ਪ੍ਰੇਮ ਚਾਈਂ ਆਪਣੇ ਪੁੱਤਰ ਤੇ ਨੂੰਹ ਨੂੰ ਬਾਬਾ ਜੀ ਦੇ ਕਮਰੇ ਵਿੱਚ ਲੈ ਗਈ। ਕੜਾਹ ਪ੍ਰਸ਼ਾਦ ਤਿਆਰ ਸੀ। ਤਰਲੋਚਨ ਦੀ ਮਾਂ ਨੇ ਬੜੇ ਪਿਆਰ ਨਾਲ ਅਰਦਾਸ ਕੀਤੀ, ਪਰ ਨੂੰਹ ਨੇ ਭਾਵੇਂ ਬੀਬੀ ਪ੍ਰੇਮ ਨੇ ਪ੍ਰਸ਼ਾਦ ਲੈਣ ਤੋਂ ਇਨਕਾਰ ਕਰ ਦਿੱਤਾ। ਸੱਸ ਨੇ ਪਿਆਰ ਨਾਲ ਆਖਿਆ, ਬੇਟਾ ਪ੍ਰਸ਼ਾਦ ਲੈਣ ਤੋਂ ਨਾ ਨਹੀਂ ਕਰੀਦੀ। ਉਸਨੇ ਪ੍ਰਸ਼ਾਦ ਤੇ ਲੈ ਲਿਆ, ਪਰ ਅੱਖ ਬਚਾ ਕੇ ਦਰਵਾਜ਼ੇ ਤੋਂ ਪਿੱਛੇ ਸੁੱਟ ਦਿੱਤਾ। ਜਦੋਂ ਸੱਸ ਨੂੰ ਇਹ ਪਤਾ ਲੱਗਾ ਤਾਂ ਉਹ ਵਿਚਾਰੀ ਬੇਹੋਸ਼ ਹੋ ਗਈ। ਪ੍ਰੇਮ ਤੇ ਤਰਲੋਚਨ ਦਾ ਜੀਵਨ ਬੜਾ ਮਾਡਰਨ ਸੀ। ਕਲੱਬਾਂ ਵਿੱਚ ਜਾਣਾ, ਡਾਂਸ ਕਰਨੇ, ਦਿਨ ਵਿੱਚ ਕਈ ਵਾਰ ਸਾੜੀਆਂ ਬਦਲਣੀਆਂ। ਇਸ ਤਰ੍ਹਾਂ ਇਹਨਾਂ ਦੋਵਾਂ ਦਾ ਜੀਵਨ ਦੁਨਿਆਵੀ ਐਸ਼ ਵਿੱਚ ਗੁਜ਼ਰਦਾ ਰਿਹਾ। ਐਸ਼ ਤੋਂ ਇਲਾਵਾ ਹੋਰ ਪਤਾ ਹੀ ਨਹੀਂ ਸੀ ਕਿ ਦੁਨੀਆ ਵਿੱਚ ਕੁਝ ਹੋਰ ਵੀ ਹੁੰਦਾ ਹੈ। ਬੀਬੀ ਪ੍ਰੇਮ ਦੀ ਸੱਸ ਇਸੇ ਦੁੱਖ ਵਿੱਚ ਅਕਾਲ ਚਲਾਣਾ ਕਰ ਗਈ। ਪ੍ਰੇਮ ਆਖੇ, ਹੁਣ ਬਾਬਾ ਜੀ ਦੀ ਸੇਵਾ ਕੌਣ ਕਰੇਗਾ? ਘਰ ਵਾਲੇ ਦੀ ਸਲਾਹ ਨਾਲ ਉਹਨਾਂ ਨੇ ਬਾਬਾ ਜੀ ਦੀ ਬੀੜ ਨਨਾਣ ਦੇ ਘਰ ਭੇਜ ਦਿੱਤੀ। ਸਮਾਂ ਗੁਜ਼ਰਿਆ। ਇੱਕ ਵਾਰ ਭਾਈ ਸਾਹਿਬ ਜੀ ਬੰਬਈ ਆਏ ਹੋਏ ਸਨ। ਪ੍ਰੇਮ ਦੀ ਕੋਈ ਸਹੇਲੀ ਉਸ ਨੂੰ ਊਸ਼ਾ ਕਿਰਨ ਭਾਵ ਭਾਈ ਟੇਡਾ ਰਾਮ ਦੇ ਘਰ ਲੈ ਗਈ, ਜਿੱਥੇ ਭਾਈ ਸਾਹਿਬ ਜੀ ਠਹਿਰੇ ਹੋਏ ਸਨ। ਸ਼ਾਮ ਨੂੰ ਜਦੋਂ ਸਾਰੀ ਸੰਗਤ ਚਲੀ ਜਾਂਦੀ ਸੀ ਨਾ, ਉੱਥੇ ਕੀਰਤਨ ਹੁੰਦਾ ਸੀ। ਬੀਬੀ ਪ੍ਰੇਮ ਉੱਤੇ ਭਾਈ ਸਾਹਿਬ ਦੇ ਦਰਸ਼ਨਾਂ ਦਾ ਬੜਾ ਪ੍ਰਭਾਵ ਪਿਆ ਤੇ ਉਸ ਦੇ ਅੰਦਰ ਖਿੱਚ ਪੈਦਾ ਹੋ ਗਈ। 2-3 ਦਿਨ ਆਪਣੇ ਆਪ ਭਾਈ ਸਾਹਿਬ ਦੀ ਸੰਗਤ ਵਿੱਚ ਜਾਂਦੀ ਰਹੀ। ਜਦੋਂ ਸਮਾਪਤੀ ਹੁੰਦੀ ਸੀ ਨਾ, ਭਾਈ ਸਾਹਿਬ ਆਪਣੇ ਕਮਰੇ ਵਿੱਚ ਚਲੇ ਜਾਂਦੇ ਸਨ ਤੇ ਉਹਨਾਂ ਦੇ ਹੁਕਮ ਦੇ ਬਿਨਾਂ ਕੋਈ ਅੰਦਰ ਨਹੀਂ ਸੀ ਜਾ ਸਕਦਾ। ਪਰ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ।
ਇੱਕ ਦਿਨ ਜਦੋਂ ਭਾਈ ਸਾਹਿਬ ਜੀ ਕੀਰਤਨ ਤੋਂ ਮਗਰੋਂ ਆਪਣੇ ਕਮਰੇ ਵਿੱਚ ਗਏ ਤਾਂ ਬੀਬੀ ਪ੍ਰੇਮ ਵੀ ਬਿਨਾਂ ਪੁੱਛਿਆਂ ਹੀ ਅੰਦਰ ਚਲੀ ਗਈ। ਭਾਈ ਸਾਹਿਬ ਜੀ ਨੇ ਪੁੱਛਿਆ, ਬੀਬੀ ਤੁਸੀਂ ਕਿਸ ਤਰ੍ਹਾਂ ਆਏ ਹੋ, ਕੁਝ ਆਖਣਾ? ਬੀਬੀ ਪ੍ਰੇਮ ਕਹਿਣ ਲੱਗੀ, ਜੀ ਮੈਂ ਆਪਣੀ ਪਛਾਣ ਕਰਾਉਣ ਲਈ ਆਏ ਹਾਂ। ਭਾਈ ਸਾਹਿਬ ਆਖਣ ਲੱਗੇ, ਤੁਸੀਂ ਜਾਣ ਪਛਾਣ ਕੀ ਕਰਾਉਣੀ ਹੈ? ਆਪਾਂ ਤੇ ਪਿਛਲੇ ਜਨਮ ਦੇ ਵਾਕਫ ਹਾਂ। ਪਿਛਲਾ ਜਨਮ ਤੁਹਾਡਾ ਫਲਾਣੀ ਥਾਂ ਤੇ ਫਲਾਣੇ ਘਰ ਸੀ, ਹੁਣ ਤੁਸੀਂ ਛੇਤੀ ਜਨਮ ਲੈ ਲਿਆ ਤੇ ਹੁਣ ਤੁਸੀਂ ਅੰਮ੍ਰਿਤਸਰ ਦੀ ਲੂਣ ਮੰਡੀ ਵਿੱਚ ਫਲਾਣੀ ਗਲੀ ਤੇ ਫਲਾਣੇ ਸੱਜਣ ਦੇ ਘਰ ਜਨਮ ਲਿਆ। ਇਹ ਸੁਣ ਕੇ ਬੀਬੀ ਪ੍ਰੇਮ ਹੈਰਾਨ ਹੋ ਗਈ, ਘਬਰਾ ਗਈ ਤੇ ਭਾਈ ਸਾਹਿਬ ਦੇ ਚਰਨਾਂ ਤੇ ਡਿੱਗ ਪਈ। ਭਾਈ ਸਾਹਿਬ ਜੀ ਨੇ ਪਿਆਰ ਕੀਤਾ, ਥਾਪੜਾ ਦਿੱਤਾ। ਉਸ ਨੂੰ ਕਿਸੇ ਫਕੀਰ ਦੀ ਛੋਹ ਮਿਲੀ, ਜੀਵਨ ਬਦਲ ਗਿਆ, ਨਾਮ ਦੀ ਦਾਤ ਪ੍ਰਾਪਤ ਹੋ ਗਈ। ਬਾਅਦ ਵਿੱਚ ਉਸ ਦਾ ਪਤੀ ਵੀ ਭਾਈ ਸਾਹਿਬ ਹੋਰਾਂ ਦੇ ਕੋਲ ਆਇਆ। ਦੋਵੇਂ ਸਤਸੰਗੀ ਹੋ ਗਏ ਤੇ ਗੁਰੂ ਗੁਰੂ ਜਪਣ ਲੱਗੇ। ਪਤਨੀ ਪਤੀ ਨੂੰ ਆਖੇ, ਭਾਈ ਸਾਹਿਬ ਨੂੰ ਘਰ ਸੱਦਣਾ। ਉਹ ਸੋਚਣ ਕਿ ਜਦੋਂ ਤੱਕ ਬਾਬਾ ਜੀ ਦਾ ਪ੍ਰਕਾਸ਼ ਘਰੇ ਨਾ ਹੋਵੇ ਕਿਵੇਂ ਬੁਲਾਵਾਂ। ਕਮਰਾ ਤਿਆਰ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ, ਬੇਨਤੀ ਕਰਕੇ ਭਾਈ ਸਾਹਿਬ ਨੂੰ ਚਾਹ ਤੇ ਸੱਦਿਆ। ਭਾਈ ਸਾਹਿਬ ਜੀ ਆਏ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਪੁੱਛਿਆ, ਬਾਬਾ ਜੀ ਦਾ ਕਮਰਾ ਕਿਹੜਾ ਹੈ? ਭਾਈ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕੀਤੇ, ਕੁਝ ਛਕਿਆ ਅਤੇ ਦੋਵਾਂ ਨੂੰ ਅਸੀਸਾਂ ਦਿੱਤੀਆਂ। ਬੜੀ ਬਖਸ਼ਿਸ਼ ਹੋਈ। ਭਾਈ ਸਾਹਿਬ ਭਾਈ ਸੁੱਧ ਸਿੰਘ ਜੀ ਦੂਜੀ ਵਾਰ ਭਾਈ ਸਾਹਿਬ ਹੋਰਾਂ ਨੂੰ ਉਚੇਚੇ ਮਿਲਣ ਲਈ ਆਏ। ਉਹ ਆਪਣੇ ਨਾਲ ਇੱਕ ਸ਼ਹਿਦ ਦੀ ਬੋਤਲ ਵੀ ਲੈ ਕੇ ਆਏ। ਭਾਈ ਸਾਹਿਬ ਨੇ ਪੁੱਛਿਆ, ਇਹ ਕੀ ਹੈ? ਜਵਾਬ ਮਿਲਿਆ, ਜੀ ਇਹ ਸਾਡੇ ਇਲਾਕੇ ਦੀ ਸੁਗਾਤ ਹੈ। ਭਾਈ ਸਾਹਿਬ ਚੁੱਪ ਹੋ ਗਏ, ਉਹ ਖੁਸ਼ ਨਹੀਂ ਹੋਏ। ਭਾਈ ਸਾਹਿਬ ਜੀ ਨੇ ਆਖਿਆ, ਇਸ ਸ਼ਹਿਦ ਦੀ ਬੋਤਲ ਨੂੰ ਯਤੀਮਖਾਨੇ ਭੇਜ ਦਈਏ, ਅਸੀਂ ਪਸੰਦ ਨਹੀਂ ਕਰਦੇ। ਇਸ ਤਰ੍ਹਾਂ ਲੈਣ ਦੇਣ ਨਾਲ ਨਾ ਭਾਈਚਾਰਾ ਬਣ ਜਾਂਦਾ ਹੈ। ਭਾਈਚਾਰਾ ਨਾ ਬਣਾਓ, ਨਿਰੋਲ ਸਤਸੰਗ ਦਾ ਪਿਆਰ ਰੱਖੋ, ਦਿਲ ਧੋ ਕੇ ਲਿਆਓ, ਦਿਲ ਸੱਚਾ ਸੁੱਚਾ ਨਾਮ ਨਾਲ ਭਰ ਕੇ ਲਿਆਓ, ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ। ਇਹ ਸੁਣ ਕੇ ਭਾਈ ਸੁੱਧ ਸਿੰਘ ਜੀ ਉਦਾਸ ਹੋ ਗਏ ਤੇ ਉਹਨਾਂ ਨੂੰ ਉਦਾਸ ਵੇਖ ਕੇ ਭਾਈ ਸਾਹਿਬ ਜੀ ਨੇ ਆਖਿਆ, ਉਦਾਸ ਨਾ ਹੋਵੋ, ਅਸੀਂ ਇਸ ਵਾਰ ਰੱਖ ਲੈਨੇ ਹਾਂ, ਪਰ ਅੱਗੋਂ ਖੇਚਲ ਨਾ ਕਰਿਓ। ਮਹੰਤ ਤਖਤ ਸਿੰਘ ਕਿਸੇ ਪਿੰਡ ਕੀਰਤਨ ਕਰਨ ਗਏ। ਗੱਡੀ ਤੋਂ ਉਤਰ ਕੇ ਅੱਗੇ ਟਾਂਗੇ ਤੇ ਜਾਣਾ ਪੈਂਦਾ ਸੀ। ਵਾਪਸੀ ਤੇ ਟਾਂਗੇ ਤੇ ਆਏ ਤੇ ਟਾਂਗੇ ਵਾਲੇ ਨੇ ਰਸਤੇ ਵਿੱਚ ਕਿਹਾ, ਸਰਦਾਰ ਜੀ ਮੈਂ ਰੋਟੀ ਖਾ ਲਵਾਂ। ਇੱਕ ਖੂਹ ਤੇ ਰੋਟੀ ਖਾਣ ਲਈ ਬਹਿ ਗਿਆ। ਉਸਨੇ ਰੋਟੀ ਕੱਢੀ। ਰੋਟੀ ਮਿੱਸੀ ਸੀ ਤੇ ਬੜੀ ਸੋਹਣੀ ਪੱਕੀ ਹੋਈ ਸੀ। ਰੋਟੀ ਨੂੰ ਵੇਖ ਕੇ ਮਹੰਤ ਦਾ ਵੀ ਜੀ ਕਰੇ ਬਈ ਇਹ ਰੋਟੀ ਖਾਵਾਂ। ਉਸਨੇ ਅੱਗੇ ਕਦੇ ਇਹੋ ਜਿਹੀ ਰੋਟੀ ਵੇਖੀ ਨਹੀਂ ਸੀ, ਪਰ ਟਾਂਗੇ ਵਾਲਾ ਮੁਸਲਮਾਨ ਸੀ। ਜੇ ਕੋਈ ਹੋਰ ਹੁੰਦਾ ਤਾਂ ਜ਼ਰੂਰ ਉਹਦੇ ਕੋਲੋਂ ਰੋਟੀ ਲੈ ਕੇ ਖਾ ਲੈਂਦੇ। ਮਹੰਤ ਭਾਈ ਸਾਹਿਬ ਹੋਰਾਂ ਦੇ ਕੋਲ ਆਇਆ ਤੇ ਮਿੱਸੀ ਰੋਟੀ ਦੀ ਸਾਰੀ ਗੱਲ ਦੱਸੀ। ਭਾਈ ਸਾਹਿਬ ਨੇ ਕਿਹਾ, ਬਈ ਤੁਸੀਂ ਚਿੰਤਾ ਨਾ ਕਰੋ, ਅਸੀਂ ਤੁਹਾਨੂੰ ਮਿੱਸੀ ਰੋਟੀ ਖਵਾਉਣੇ ਆ, ਤੁਹਾਨੂੰ ਉਹ ਰੋਟੀ ਭੁੱਲ ਜਾਏਗੀ। ਸ਼ਾਮ ਦੇ 3 ਵਜੇ ਦਾ ਵੇਲਾ ਸੀ। ਭਾਈ ਸਾਹਿਬ ਉੱਤੇ ਚੌਂਕੇ ਵਿੱਚ ਆ ਗਏ। ਪਿਆਜ਼ ਵਗੈਰਾ ਕੱਟਿਆ, ਵੇਸਣ ਲਿਆ, ਆਟਾ ਤਿਆਰ ਕੀਤਾ ਤੇ ਤੰਦੂਰ ਤਪਾ ਦਿੱਤਾ। ਭਾਵੇਂ ਕਈ ਬੀਬੀਆਂ ਉੱਥੇ ਖੜੀਆਂ ਸਨ, ਪਰ ਕਿਸੇ ਨੂੰ ਹੱਥ ਨਾ ਲਾਉਣ ਦਿੱਤਾ। ਭਾਈ ਸਾਹਿਬ ਨੇ ਆਪ ਰੋਟੀ ਤੰਦੂਰ ਨਾਲ ਲਾਈ ਤੇ ਚੋਪੜ ਕੇ ਸਭ ਤੋਂ ਪਹਿਲਾਂ ਮਹੰਤ ਜੀ ਨੂੰ ਦਿੱਤੀ ਤੇ ਹੱਸ ਕੇ ਕਹਿਣ ਲੱਗੇ, ਮਹੰਤ ਜੀ ਵੇਖੋ ਉਹੋ ਜੀ ਹੈ ਨਾ। ਮਹੰਤ ਹੈਰਾਨ ਹੋਵੇ ਤੇ ਹੱਸੇ। ਉਹਨੇ ਕਿਹਾ, ਸ਼ਕਲ ਤੇ ਉਹਦੇ ਨਾਲੋਂ ਵੀ ਸੋਹਣੀ ਹੈ, ਸਵਾਦ ਵੀ ਕਮਾਲ ਦਾ ਹੈ।
ਭਾਵੇਂ ਰੋਟੀ ਦਾ ਸਮਾਂ ਨਹੀਂ ਸੀ, ਫਿਰ ਵੀ ਸਾਰਿਆਂ ਨੇ ਇੱਕ ਇੱਕ ਰੋਟੀ ਖਾਧੀ। ਭਾਈ ਸਾਹਿਬ ਨੇ ਆਪ ਵੀ ਪਿਆਰ ਨਾਲ ਰੋਟੀ ਖਾਧੀ। ਦਰਅਸਲ ਨਾ ਬਚਪਨ ਵਿੱਚ ਨਾਨਾ ਜੀ ਵੱਲੋਂ ਦਿੱਤੀ ਗਈ ਸਿੱਖਿਆ ਦਾ ਇਹ ਫਲ ਸੀ।